प्यारे विद्यार्थियों, MA भाग दूजा दे तीसरे ਸਮੈਸਟਰ ਵਿੱਚ ਤੁਹਾਡਾ ਸਵਾਗਤ ਹੈ। ਤੀਸਰੇ ਸਮੈਸਟਰ ਦੇ ਵਿੱਚ ਗੁਰਮਤ ਕਾਵਿ ਸਿਧਾਂਤ ਨਾਲ ਸੰਬੰਧਿਤ ਪੇਪਰ ਤੁਹਾਨੂੰ ਪੜ੍ਹਾਇਆ ਜਾਵੇਗਾ। ਇਸ ਪੇਪਰ ਵਿੱਚ ਪ੍ਰਮੁੱਖ ਤੌਰ ਤੇ ਗੁਰਮਤ ਅਤੇ ਗੁਰਬਾਣੀ ਨਾਲ ਸੰਬੰਧਿਤ ਵਿਸ਼ੇ ਤੁਹਾਡੇ ਅਧਿਐਨ ਦਾ ਕੇਂਦਰ ਹੋਣਗੇ। MA ਭਾਗ ਪਹਿਲਾ ਦੇ ਵਿੱਚ ਸਾਹਿਤ ਸਿਧਾਂਤ, ਸਾਹਿਤ ਨੂੰ ਕਿਵੇਂ ਸਮਝਣਾ ਹੈ, ਸਾਹਿਤ ਦੇ ਵੱਖ-ਵੱਖ ਰੂਪਾਂ ਬਾਰੇ ਤੁਹਾਡੀ ਜਾਣਕਾਰੀ ਨੂੰ ਵਿਸ਼ਾਲ ਕਰਨ ਲਈ 2 ਸਮੈਸਟਰਾਂ ਦੇ ਵਿੱਚ ਤੁਸੀਂ ਗਿਆਨ ਹਾਸਲ ਕੀਤਾ ਹੈ। ਗੁਰਮਤ ਕਾਵਿ ਸਿਧਾਂਤ ਨਾਲ ਸੰਬੰਧਿਤ ਡਾਕਟਰ ਅੰਮ੍ਰਿਤਪਾਲ ਕੌਰ ਦੀ ਕਿਤਾਬ ਹੈ ਜਿਹੜੀ ਉਹ ਤੁਹਾਡੇ ਸਿਲੇਬਸ ਦਾ ਅੰਗ ਬਣਾਈ ਗਈ ਹੈ। ਇਸ ਨੂੰ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪਿਆ ਗਿਆ ਹੈ। ਸਾਰੇ ਵਿਦਿਆਰਥੀ ਇਸ ਪੁਸਤਕ ਨੂੰ ਪੜ੍ਹ ਕੇ ਉਸ ਤੋਂ ਬਾਅਦ ਗੁਰਮਤ ਕਾਵਿ ਸਿਧਾਂਤ ਦੇ ਸਿਧਾਂਤਕ ਪੱਖ ਬਾਰੇ ਜਾਣਕਾਰੀ ਲੈਣਗੇ। ਗੁਰਮਤ ਕੀ ਹੈ, ਗੁਰਬਾਣੀ ਅਤੇ ਗੁਰਮਤ ਦੇ ਵਿੱਚ ਕੀ ਅੰਤਰ ਹੈ, ਗੁਰਮਤ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ, ਅਧਿਆਤਮਵਾਦ ਕੀ ਹੈ, ਗੁਰਮਤ ਕਾਵਿ ਦੇ ਵਿੱਚ ਪਰਮਾਤਮਾ ਦਾ, ਬ੍ਰਹਮ ਦਾ, ਮਾਇਆ ਦਾ ਕੀ ਸੰਕਲਪ ਹੈ ਅਤੇ ਉਸ ਦੀ ਵਿਆਖਿਆ ਕਿਸ ਰੂਪ ਦੇ ਵਿੱਚ ਕੀਤੀ ਜਾ ਸਕਦੀ ਹੈ। ਇਹਨਾਂ ਸਾਰੇ ਪੱਖਾਂ ਬਾਰੇ ਸਾਨੂੰ ਗੁਰਮਤ ਸਾਹਿਤ ਸਿਧਾਂਤ ਵਾਲਾ ਪੇਪਰ ਹੈ ਜਿਹੜਾ ਉਹ ਜਾਣਕਾਰੀ ਦੇਵੇਗਾ। ਇਸ ਪੇਪਰ ਦਾ ਜਿਹੜਾ ਆੜਾ ਭਾਗ ਹੈ ਉਸ ਦਾ ਪਹਿਲਾ ਸੈਕਸ਼ਨ ਹੈ ਜਿਹੜਾ ਉਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਮਹੱਤਵਪੂਰਨ ਰਚਨਾ ਜਪਜੀ ਸਾਹਿਬ ਤੁਹਾਨੂੰ ਪੜ੍ਹਾਈ ਜਾਏਗੀ। ਜਪਜੀ ਸਾਹਿਬ ਦੇ ਵਿੱਚ ਇਸ ਦੇ ਤਿੰਨੇ ਪੱਖਾਂ ਬਾਰੇ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਜਪਜੀ ਸਾਹਿਬ ਰਚਨਾ ਦਾ ਪ੍ਰਮੁੱਖ ਉਦੇਸ਼ ਕੀ ਹੈ, ਜਪਜੀ ਸਾਹਿਬ ਰਚਨਾ ਦਾ ਵਿਸ਼ਾ ਕੀ ਹੈ। ਵਿਸ਼ੇ ਤੋਂ ਮਤਲਬ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਕੀ ਕਹਿਣ ਦੀ ਕੋਸ਼ਿਸ਼ ਕੀਤੀ ਹੈ, ਜਪਜੀ ਸਾਹਿਬ ਦੇ ਵਿੱਚ ਵੱਖ-ਵੱਖ ਪੌੜੀਆਂ ਦੇ ਵਿੱਚ ਸਾਨੂੰ ਕਿਸ ਕਿਸਮ ਦੇ ਸੰਦੇਸ਼ ਹੈ ਜਿਹੜੇ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਸ ਸਾਰੇ ਦੀ ਜਾਣਕਾਰੀ ਅਸੀਂ ਜਪਜੀ ਸਾਹਿਬ ਦੇ ਅਧਿਆਤਮਿਕ ਪੱਖ ਦੇ ਵਿੱਚ ਅਤੇ ਜਪਜੀ ਸਾਹਿਬ ਦੀਆਂ ਵੱਖ-ਵੱਖ ਪੌੜੀਆਂ ਵਿੱਚ ਪੇਸ਼ ਹੋਏ ਗੁਰੂ ਨਾਨਕ ਸਾਹਿਬ ਦੇ ਗਿਆਨ ਦਾ ਜਿਹੜਾ ਪ੍ਰਮੁੱਖ ਆਧਾਰ ਹੈ ਉਹ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ। ਜਪਜੀ ਸਾਹਿਬ ਦਾ ਦੂਸਰਾ ਹਿੱਸਾ ਜਿਸ ਨੂੰ ਅਸੀਂ ਕਲਾ ਪੱਖ ਕਹਿੰਦੇ ਹਾਂ ਉਸ ਬਾਰੇ ਵੀ ਤੁਹਾਡੇ ਨਾਲ ਗੱਲ ਕੀਤੀ ਜਾਵੇਗੀ ਕਿ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਸ ਸਾਹਿਤ ਰੂਪ ਅਤੇ ਰੂਪਾਕਾਰ ਦੀ ਵਰਤੋਂ ਕੀਤੀ ਹੈ, ਪੌੜੀ ਤੋਂ ਕੀ ਭਾਵ ਹੈ, ਇਸ ਰਚਨਾ ਨੂੰ ਪੌੜੀਆਂ ਦੇ ਵਿੱਚ ਕਿਉਂ ਸਿਰਜਿਆ ਗਿਆ ਹੈ, ਇਸ ਰਚਨਾ ਦਾ ਅਲੰਕਾਰ ਵਿਧਾਨ, ਧਵਨੀ ਵਿਧਾਨ, ਇਸ ਰਚਨਾ ਦਾ ਸ਼ੈਲੀ ਵਿਧਾਨ ਕਿਸ ਕਿਸਮ ਨਾਲ ਸਮਝਿਆ ਜਾ ਸਕਦਾ ਹੈ, ਇਸ ਸਾਰੇ ਨੂੰ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਤੀਸਰੇ ਪੱਖ ਦੇ ਵਿੱਚ ਅਸੀਂ ਇਹ ਜਾਣਾਂਗੇ ਕਿ ਜਪਜੀ ਸਾਹਿਬ ਦਾ ਗੁਰਮਤ ਪਰੰਪਰਾ ਵਿੱਚ ਕੀ ਸਥਾਨ ਹੈ, ਗੁਰੂ ਨਾਨਕ ਸਾਹਿਬ ਦੀ ਜਪਜੀ ਸਾਹਿਬ ਰਾਹੀਂ ਗੁਰਮਤ ਪਰੰਪਰਾ ਨੂੰ ਕੀ ਦੇਣ ਹੈ। ਇਹਨਾਂ ਸਾਰੇ ਪੱਖਾਂ ਨੂੰ ਸਮਝਣ ਵਾਸਤੇ ਅਸੀਂ ਜਪਜੀ ਸਾਹਿਬ ਦਾ ਅਧਿਐਨ ਕਰਦੇ ਹਾਂ ਅਤੇ ਇਸ ਰਚਨਾ ਨੂੰ ਬਿਹਤਰ ਤਰੀਕੇ ਨਾਲ, ਬਾਰੀਕੀ ਨਾਲ ਸਮਝਣ ਵਾਸਤੇ ਤੁਹਾਨੂੰ ਅਸੀਂ ਆਨਲਾਈਨ ਪਾਠ ਸਮੱਗਰੀ ਜਿਹੜੀ ਭੇਜੀ ਹੈ ਉਹ ਤੁਹਾਡੀ ਬਿਹਤਰ ਤਰੀਕੇ ਨਾਲ ਸਹਾਇਤਾ ਕਰੇਗੀ। ਮੈਨੂੰ ਉਮੀਦ ਹੈ ਕਿ ਵਿਦਿਆਰਥੀ ਜਪਜੀ ਸਾਹਿਬ ਬਾਰੇ ਜੋ ਸਾਡੀ ਪਾਠ ਸਮੱਗਰੀ ਆਨਲਾਈਨ ਭੇਜੀ ਗਈ ਹੈ ਉਸ ਨੂੰ ਪੜ੍ਹਨ ਤੋਂ ਬਾਅਦ ਬਿਹਤਰ ਤਰੀਕੇ ਨਾਲ ਉਸ ਦਾ ਲਾਹਾ ਲੈ ਸਕਣਗੇ। ਦੂਸਰੀ ਰਚਨਾ ਸ਼੍ਰੀ ਗੁਰੂ ਰਾਮਦਾਸ ਜੀ ਦੀ ਗੌੜੀ ਦੀ ਵਾਰ ਹੈ। ਇਸ ਰਚਨਾ ਦੇ ਵਿੱਚ ਵੀ ਉਹਨਾਂ ਪ੍ਰਮੁੱਖ ਪੱਖਾਂ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ ਕਿ ਗੌੜੀ ਦੀ ਵਾਰ ਤੋਂ ਕੀ ਭਾਵ ਹੈ, ਇਸ ਰਚਨਾ ਦੇ ਵਿੱਚ ਕਿਸ ਕਿਸਮ ਦੇ ਅਧਿਆਤਮਿਕ ਭਾਵਾਂ ਨੂੰ ਗੁਰੂ ਸਾਹਿਬ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹਨਾਂ ਦਾ ਸਾਹਿਤ ਨਾਲ ਕੀ ਸੰਬੰਧ ਹੈ, ਇਸ ਰਚਨਾ ਦਾ ਸ਼ਬਦ ਸੰਸਾਰ ਕਿਵੇਂ ਸਿਰਜਿਆ ਗਿਆ ਹੈ, ਇਸ ਰਚਨਾ ਦੇ ਵਿੱਚ ਕਿਹੜੇ-ਕਿਹੜੇ ਪ੍ਰਮੁੱਖ ਪੱਖ ਹੈ ਜਿਨ੍ਹਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਇਸ ਰਚਨਾ ਦੇ ਅਧਿਆਤਮਿਕ ਆਧਾਰ ਕਿਹੜੇ-ਕਿਹੜੇ ਹੈ, ਇਹ ਸਾਰਾ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ। ਜਦੋਂ ਕੋਈ ਗੁਰੂ ਕਵੀ ਕਿਸੇ ਰਚਨਾ ਨੂੰ ਪੇਸ਼ ਕਰਨ ਲਈ ਵਾਰ ਕਾਵਿ ਰੂਪ ਦੀ ਵਰਤੋਂ ਕਰਦਾ ਹੈ ਤਾਂ ਉਸ ਤੋਂ ਕੀ ਭਾਵ ਹੁੰਦਾ ਹੈ, ਕਿਉਂਕਿ ਬੁਨਿਆਦੀ ਤੌਰ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਤੋਂ ਪਹਿਲਾਂ ਸਾਡੇ ਕੋਲੇ ਲੋਕ ਵਾਰਾਂ, ਰਾਏ ਕਮਾਲ ਮੌਜ ਦੀ ਵਾਰ, ਟੁੰਡੇ ਅਸਰਾਜੇ ਦੀ ਵਾਰ, ਲੱਲਾ ਬਹਿਲਿਮਾ ਦੀ ਵਾਰ, ਮੂਸੇ ਦੀ ਵਾਰ, ਇਸ ਕਿਸਮ ਦੀਆਂ ਵਾਰਾਂ ਦੀ ਪਰੰਪਰਾ ਮੌਜੂਦ ਸੀ। ਉਹਨਾਂ ਵਾਰਾਂ ਨੂੰ ਹੀ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਕੁਝ ਅਧਿਆਤਮਿਕ
ਵਿਚਾਰਾਂ ਨੂੰ ਪੇਸ਼ ਕਰਨ ਲਈ ਵਾਰਾਂ ਦੀ ਵਰਤੋਂ ਹੋਈ ਮਿਲਦੀ ਹੈ, ਜਿਸ ਤਰੀਕੇ ਨਾਲ ਆਸਾ ਦੀ ਵਾਰ ਅਤੇ ਉਸੇ ਪ੍ਰਕਾਰ ਜਿਹੜੀ ਇਹ ਗੌੜੀ ਦੀ ਵਾਰ ਹੈ ਇਹਨੂੰ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਮ ਤੌਰ ਤੇ ਵਾਰ ਕਾਵਿ ਰੂਪ ਹੈ ਜਿਹੜਾ ਇਹ ਲੜਾਈ, ਜੰਗ, ਯੁੱਧ ਉਸ ਦੇ ਨਾਲ ਸੰਬੰਧਿਤ ਕਿਸੇ ਵੀ ਵਿਚਾਰ ਨੂੰ ਪੇਸ਼ ਕਰਨ ਲਈ ਵਰਤਿਆ ਜਾਂਦਾ ਹੈ। ਪਰ ਜਦੋਂ ਅਸੀਂ ਵਾਰ ਨੂੰ ਅਧਿਆਤਮਕ ਪੱਖ ਰਾਹੀਂ ਦੇਖਣ ਜਾਂ ਸਮਝਣ ਦੀ ਗੱਲ ਕਰਦੇ ਹਾਂ ਤਾਂ ਉੱਥੇ ਵਾਰ ਤੋਂ ਭਾਵ ਲਿਆ ਜਾਂਦਾ ਹੈ ਕਿ ਜਦੋਂ ਕੋਈ ਵਿਅਕਤੀ ਆਪਣੇ ਅੰਦਰ ਦੇ ਵਿਕਾਰਾਂ ਨਾਲ ਲੜਨ ਦੀ ਗੱਲ ਕਰਦਾ ਹੈ, ਅੰਦਰ ਦੇ ਵਿਕਾਰ ਜਿਹਦੇ ਬਾਰੇ ਤੁਹਾਨੂੰ ਗੁਰਮਤਿ ਦੇ ਵਿੱਚ ਬਰੀਕੀ 'ਚ ਦੱਸਿਆ ਜਾਊਗਾ, ਜਿਹਨੂੰ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਹਿੰਦੇ ਆ। ਜਦੋਂ ਵਿਅਕਤੀ ਆਪਣੇ ਮਨ ਦੇ ਵਿਕਾਰਾਂ ਨਾਲ ਲੜਾਈ ਕਰਦਾ ਹੈ ਤਾਂ ਉਹਨਾਂ ਦੇ ਵਿੱਚ ਜਿੱਤ ਪ੍ਰਾਪਤ ਕਰਨ ਲਈ ਉਸ ਨੂੰ ਮਾਨਸਿਕ ਤੌਰ ਤੇ ਕਿਵੇਂ ਤਕੜਾ ਹੋਣਾ ਪੈਂਦਾ ਹੈ, ਉਸ ਨੂੰ ਕਿਸ ਕਿਸਮ ਦੇ ਅਧਿਆਤਮਕ ਪੱਖਾਂ ਦੀ ਸਹਾਇਤਾ ਲੈਣੀ ਪੈਂਦੀ ਹੈ। ਸਾਡੀਆਂ ਜਿਹੜੀਆਂ ਅਧਿਆਤਮਕ ਵਾਰਾਂ ਉਹਦੇ ਬਾਰੇ ਜਾਣਕਾਰੀ ਸਾਨੂੰ ਦਿੱਤੀ ਜਾਂਦੀ ਹੈ। ਇਸ ਸੰਬੰਧੀ ਤੁਹਾਡਾ ਜਿਹੜਾ ਪਾਠ ਹੈ, ਜਿਹੜਾ ਲੈਸਨ ਹੈ ਸਾਡਾ ਆਨਲਾਈਨ ਪਿਆ ਹੋਇਆ ਹੈ। ਜਦੋਂ ਸਾਰੇ ਵਿਦਿਆਰਥੀ ਉਸ ਨੂੰ ਪੜ੍ਹਨਗੇ ਤਾਂ ਉਸ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਸਿੱਖਣ ਨੂੰ ਮਿਲਣਗੀਆਂ। ਇਸ ਤੋਂ ਅਗਲੀ ਰਚਨਾ ਜਿਹੜੀ ਭਾਗ ਦੂਸਰਾ ਦੇ ਵਿੱਚ ਤੀਸਰੇ ਹਿੱਸੇ ਦੇ ਵਿੱਚ ਉਹ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸੁਖਮਨੀ ਸਾਹਿਬ ਹੈ। ਸੁਖਮਨੀ ਸਾਹਿਬ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਰਚਨਾ ਹੈ। ਸੁਖਮਨੀ ਨੂੰ ਸੁਖਮਣੀ, ਸੁੱਖਾਂ ਦੀ ਖਾਨ, ਸੁੱਖਾਂ ਦਾ ਹੀਰਾ ਇਸ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ। ਸਾਡੇ ਸਮਾਜ ਦੇ ਵਿੱਚ ਇਹ ਬਹੁਤ ਮਕਬੂਲ ਅਤੇ ਮਹੱਤਵਪੂਰਨ ਰਚਨਾ ਹੈ। ਮੈਨੂੰ ਇਹ ਲੱਗਦਾ ਕਿ ਨਿਤਨੇਮ ਦੀਆਂ ਜਿਹੜੀਆਂ ਬਾਣੀਆਂ ਉਸ ਦੇ ਵਿੱਚ ਜਪਜੀ ਸਾਹਿਬ ਅਤੇ ਇਸੇ ਤਰੀਕੇ ਨਾਲ ਹਰ ਰੋਜ਼ ਬਹੁਤ ਸਾਰੇ ਵਿਅਕਤੀ ਜੋ ਗੁਰਮਤਿ ਦੇ ਨਾਲ ਵਿਹਾਰਕ ਤੌਰ ਤੇ ਜੁੜੇ ਹੋਏ ਹੈ ਉਹ ਸੁਖਮਨੀ ਸਾਹਿਬ ਨੂੰ ਪੜ੍ਹਨ ਦੀ, ਸਮਝਣ ਦੀ, ਜਾਣਨ ਦੀ ਕੋਸ਼ਿਸ਼ ਕਰਦੇ ਹੈ। ਸੁਖਮਨੀ ਸਾਹਿਬ ਜਿਹੜੀ ਰਚਨਾ ਹੈ ਇਸ ਨੂੰ ਅਸ਼ਟਪਦੀਆਂ ਦੇ ਵਿੱਚ ਰਚਿਆ ਗਿਆ ਹੈ। ਅਸ਼ਟਪਦੀ ਕੀ ਹੁੰਦੀ ਹੈ, ਕਿਸ ਪ੍ਰਕਾਰ 8 ਪਦਾਂ ਵਾਲੀ ਇਹ ਸਾਹਿਤ ਰੂਪ ਦੀ ਬਣ ਗਈ ਹੈ, ਇਹਨੂੰ ਤੁਸੀਂ ਸਮਝ ਸਕਦੇ ਹੋ। ਇਸ ਦੇ ਵਿੱਚ ਸਾਹਿਤ ਨੂੰ ਕਿਸ ਪ੍ਰਕਾਰ ਪੇਸ਼ ਕੀਤਾ ਜਾ ਸਕਦਾ ਹੈ, ਇਹਦੇ ਵਿੱਚ ਗੁਰੂ ਸਾਹਿਬ ਨੇ ਅਧਿਆਤਮਕ ਵਿਚਾਰ ਕਿਵੇਂ ਪੇਸ਼ ਕੀਤੇ ਹੈ, ਇਹਨਾਂ ਸਾਰੇ ਪੱਖਾਂ ਨੂੰ ਅਸ਼ਟਪਦੀਆਂ ਦੇ ਵਿੱਚ ਰਚੀ ਹੋਈ ਗੁਰੂ ਅਰਜਨ ਸਾਹਿਬ ਦੀ ਰਚਨਾ ਸੁਖਮਨੀ ਵਿੱਚ ਅਸੀਂ ਪੇਸ਼ ਹੋਇਆ ਦੇਖ ਸਕਦੇ ਹਾਂ। ਇਸ ਰਚਨਾ ਦੇ ਅਧਿਆਤਮਕ ਪੱਖ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ, ਇਸ ਰਚਨਾ ਦੇ ਵਿੱਚ ਬ੍ਰਹਮ, ਮਾਇਆ, ਜੀਵ ਦਾ ਸੰਕਲਪ ਕੀ ਹੈ, ਇਹ ਸਾਰੇ ਪੱਖਾਂ ਬਾਰੇ ਸਾਨੂੰ ਸੁਖਮਨੀ ਸਾਹਿਬ ਦੇ ਵਿੱਚ ਬਹੁਤ ਬਾਰੀਕੀ ਦੇ ਵਿੱਚ ਜਾਣਨ ਨੂੰ, ਸਮਝਣ ਨੂੰ ਅਤੇ ਅਧਿਐਨ ਕਰਨ ਨੂੰ ਮਿਲਦਾ ਹੈ। ਇਸੇ ਪ੍ਰਕਾਰ ਹੀ ਜਦੋਂ ਅਸੀਂ ਸੁਖਮਨੀ ਸਾਹਿਬ ਨੂੰ ਸਾਹਿਤਕ ਤੌਰ ਤੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿਸ ਪ੍ਰਕਾਰ ਇੱਕ ਅਧਿਆਤਮਕ ਰਚਨਾ ਦੇ ਵਿੱਚ ਸਾਹਿਤ ਦੇ ਤੱਤਾਂ ਨੂੰ ਸਮਝਿਆ ਜਾਂਦਾ ਹੈ। ਸਾਹਿਤ ਦੇ ਤੱਤਾਂ ਤੋਂ ਭਾਵ ਸਾਡਾ ਇਹ ਹੁੰਦਾ ਹੈ ਕਿ ਉਸ ਦੇ ਵਿੱਚ ਸ਼ਬਦ ਕਿਸ ਪ੍ਰਕਾਰ ਲਏ ਗਏ ਹੈ, ਸ਼ਬਦ ਨੂੰ ਅਲੰਕਾਰ, ਬਿੰਬ, ਰਸ ਦੇ ਤੌਰ ਤੇ ਕਿਸ ਪ੍ਰਕਾਰ ਵਰਤ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸਾਰੇ ਰਾਹੀਂ ਅਸੀਂ ਸਮੁੱਚੇ ਰੂਪ ਦੇ ਵਿੱਚ ਉਸ ਰਚਨਾ ਦੀ ਸ਼ੈਲੀ ਨੂੰ ਦੇਖਦੇ ਹਾਂ ਅਤੇ ਇਹ ਸਾਰੇ ਪੱਖ ਇੱਕ ਦੂਸਰੇ ਨਾਲ, ਸਾਰੇ ਤੱਤ ਇੱਕ ਦੂਸਰੇ ਨਾਲ ਜੁੜ ਕੇ ਇੱਕ ਸੰਪੂਰਨ ਕਾਵਿ ਰੂਪ ਕਿਵੇਂ ਬਣਦੇ ਹੈ, ਇਹਨਾਂ ਸਾਰਿਆਂ ਨੂੰ ਅਸੀਂ ਜਦੋਂ ਅਸੀਂ ਸੁਖਮਨੀ ਸਾਹਿਬ ਦਾ ਸਾਹਿਤਕ ਅਧਿਐਨ ਕਰਾਂਗੇ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਸਾਰੇ ਪੱਖਾਂ ਬਾਰੇ ਤੁਹਾਨੂੰ ਵਿਸਤਾਰ ਦੇ ਵਿੱਚ ਸਾਡੇ ਪਾਠ ਦੇ ਵਿੱਚ ਜਦੋਂ ਤੁਸੀਂ ਉਸ ਨੂੰ ਪੜ੍ਹੋਗੇ ਵੱਖ-ਵੱਖ ਪੱਖਾਂ ਬਾਰੇ ਜਿਹੜੇ ਜਿਗਿਆਸੂ ਵਿਦਿਆਰਥੀ ਹੈ ਉਹਨਾਂ ਨੂੰ ਇਹ ਜਾਣਕਾਰੀ ਜਿਹੜੀ ਮਿਲੂਗੀ। ਇਸੇ ਤਰੀਕੇ ਨਾਲ ਲਾਸਟ ਦੇ ਵਿੱਚ ਜਿਹੜਾ ਚੌਥਾ ਭਾਗ ਹੈ ਸਾਡਾ, ਉਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ ਤੇ ਸ਼ਲੋਕਾਂ ਬਾਰੇ ਗੱਲ ਕੀਤੀ ਗਈ ਹੈ। ਸ਼ਬਦ ਕੀ ਹੁੰਦਾ ਹੈ, ਸ਼ਬਦ ਦਾ ਅਰਥ ਕੀ ਹੈ, ਸ਼ਬਦ ਅਤੇ ਸ਼ਲੋਕ ਦੇ ਵਿੱਚ ਕੀ ਅੰਤਰ ਹੈ, ਇਸ ਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦਾਂ ਦੇ ਵਿੱਚ ਸਾਨੂੰ ਕਿਸ ਕਿਸਮ ਦੇ ਵਿਸ਼ੇਸ਼ ਭਾਵ ਮਿਲਦੇ ਹੈ, ਕਿਸ ਪ੍ਰਕਾਰ ਦੀ ਪ੍ਰੋੜਤਾ ਮਿਲਦੀ ਹੈ, ਕਿਸ ਪ੍ਰਕਾਰ ਦੇ ਅਧਿਆਤਮਕ ਪੱਖ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਇਹ ਸਾਰੀਆਂ ਚੀਜ਼ਾਂ ਅਸੀਂ ਤੁਹਾਨੂੰ ਜਿਹੜਾ ਸਾਡਾ ਸ਼ਬਦ ਅਤੇ ਸ਼ਲੋਕ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਹੈ ਉਸ ਦੇ ਵਿੱਚ ਤੁਹਾਨੂੰ ਅਸੀਂ ਇਸ ਦੀ ਜਾਣਕਾਰੀ ਦੇਵਾਂਗੇ। ਪਿਆਰੇ ਵਿਦਿਆਰਥੀਓ, ਕਿਸੇ ਵੀ ਵਿਸ਼ੇਸ਼ ਪੇਪਰ ਨੂੰ ਤੁਹਾਡੇ ਨਾਲ ਜਾਣੂ ਕਰਾਉਣ ਤੋਂ ਸਾਡਾ ਭਾਵ ਇਹ ਹੁੰਦਾ ਹੈ ਕਿ ਸਾਰੇ ਵਿਦਿਆਰਥੀ ਹਰ ਇੱਕ ਪੇਪਰ ਦੇ ਵਿੱਚ ਤੁਹਾਡੇ ਪੇਪਰ ਦਾ ਹਿੱਸਾ ਬਣੇ ਹੋਏ ਕਵੀਆਂ ਨੂੰ, ਬਾਣੀਕਾਰਾਂ ਨੂੰ ਪੜ੍ਹਨ ਤੋਂ ਬਾਅਦ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ। ਇੱਕ ਗੱਲ ਹੋਰ ਬਹੁਤ ਮਹੱਤਵਪੂਰਨ ਹੈ ਕਿ ਇਹਨਾਂ ਸਾਰੇ ਬਾਣੀਕਾਰਾਂ ਨੂੰ ਇੱਕ ਵਾਰ ਪੜ੍ਹਨ ਤੋਂ ਬਾਅਦ ਹਰ ਵਿਦਿਆਰਥੀ ਕੋਸ਼ਿਸ਼ ਕਰੇ ਕਿ ਉਹ ਮੂਲ ਪਾਠ ਨੂੰ ਜ਼ਰੂਰ ਪੜ੍ਹੇ। ਤੁਹਾਡੇ ਸਾਰੇ ਵਿਦਿਆਰਥੀਆਂ ਕੋਲ ਤੁਹਾਡੇ ਨਜ਼ਦੀਕ ਦੇ ਕਿਸੇ ਵੀ ਸਥਾਨ ਤੋਂ ਗੁਟਕਾ ਸਾਹਿਬ ਮਿਲ ਸਕਦੇ ਹੈ ਜਿਸ ਦੇ ਵਿੱਚ ਜਪਜੀ ਸਾਹਿਬ, ਸੁਖਮਨੀ ਸਾਹਿਬ ਤੁਹਾਨੂੰ ਸਹਿਜ ਰੂਪ ਦੇ ਵਿੱਚ ਹੀ ਪੜ੍ਹਨ ਨੂੰ ਮਿਲ ਸਕਦੇ ਹੈ।
ਜਦੋਂ ਅਸੀਂ ਕਿਸੇ ਵੀ ਧਾਰਮਿਕ ਰਚਨਾ ਨੂੰ, ਧਾਰਮਿਕ ਪਾਠ ਨੂੰ ਜਾਂ ਗੁਰਬਾਣੀ ਨੂੰ ਅਧਿਐਨ ਦਾ ਕੇਂਦਰ ਬਣਾਉਂਦੇ ਹਾਂ ਤਾਂ ਅਸੀਂ ਉੱਥੇ ਪਾਠ ਨਾਲੋਂ ਵੱਧ ਅਧਿਐਨ ਦੇ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਾਠ ਦੇ ਵਿੱਚ ਸਾਡਾ ਮੂਲ ਆਧਾਰ ਇਹ ਹੁੰਦਾ ਹੈ ਕਿ ਅਸੀਂ ਰਚਨਾ ਦੇ ਭਾਵ ਨਾਲ, ਰਚਨਾ ਦੇ ਵੇਗ ਨਾਲ, ਰਚਨਾ ਦੇ ਰਸ ਨਾਲ ਜੁੜਦੇ ਹਾਂ। ਪਰੰਤੂ ਜਦੋਂ ਅਸੀਂ ਕਿਸੇ ਰਚਨਾ ਦਾ, ਧਾਰਮਿਕ ਰਚਨਾ ਦਾ, ਗੁਰਮਤ ਨਾਲ ਜੁੜੀ ਹੋਈ ਰਚਨਾ ਦਾ, ਅਧਿਆਤਮਿਕ ਰਚਨਾ ਦਾ ਅਧਿਐਨ ਕਰਦੇ ਹਾਂ ਤਾਂ ਉਸ ਦੇ ਵਿੱਚ ਅਸੀਂ ਰਚਨਾ ਦੇ ਸ਼ਬਦ ਅਰਥ, ਰਚਨਾ ਦੀ ਡੂੰਘਾਈ, ਰਚਨਾ ਵਿੱਚ ਉਠਾਏ ਗਏ ਸਵਾਲ, ਉਹਨਾਂ ਸਾਰਿਆਂ ਨੂੰ ਸਮਝਣ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਸਾਹਿਤ ਦਾ ਆਨੰਦ ਪਾਠ ਅਤੇ ਸਹਿਜ ਦਾ ਅਧਿਐਨ ਪਾਠ ਹੈ ਜਿਹੜਾ, ਇਹਨਾਂ ਦੋਨਾਂ ਨੂੰ ਵੱਖ-ਵੱਖ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਅਸੀਂ ਸਾਹਿਤ ਦਾ ਆਨੰਦ ਪਾਠ ਕਰਦੇ ਹਾਂ ਤਾਂ ਉਸ ਦੇ ਵਿੱਚ ਬਹੁਤ ਵਾਰੀ ਸਾਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੁੰਦੀ ਕਿ ਕਿਸੇ ਸ਼ਬਦ ਦਾ ਅਰਥ, ਕਿਸੇ ਸ਼ਬਦ ਦੀ ਵਿਆਖਿਆ ਜੇ ਸਾਡੀ ਪਹੁੰਚ ਤੋਂ ਬਾਹਰ ਹੈ ਤਾਂ ਉਸ ਨੂੰ ਅਸੀਂ ਇੱਕ ਪੱਧਰ ਤੇ ਅੱਖੋਂ ਪਰੋਖੇ ਕਰ ਦਿੰਦੇ ਹਾਂ। ਪਰੰਤੂ ਜਦੋਂ ਅਸੀਂ ਸਾਹਿਤ ਦਾ ਅਧਿਐਨ ਪਾਠ ਕਰਦੇ ਹਾਂ ਤਾਂ ਉਸ ਦੇ ਵਿੱਚ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਹਰ ਸ਼ਬਦ ਨੂੰ, ਸ਼ਬਦ ਦੇ ਹਰ ਅਰਥ ਨੂੰ, ਰਚਨਾ ਵਿੱਚ ਪੇਸ਼ ਹੋਏ ਬਿੰਬ ਨੂੰ, ਰਚਨਾ ਵਿੱਚ ਪੇਸ਼ ਹੋਏ ਪ੍ਰਤੀਕਾਂ ਨੂੰ ਅਤੇ ਰਚਨਾ ਦੇ ਵਿੱਚ ਪੇਸ਼ ਹੋਏ ਅਲੰਕਾਰ ਨੂੰ ਅਸੀਂ ਸਹੀ ਦ੍ਰਿਸ਼ਟੀਕੋਣ ਤੋਂ, ਸਹੀ ਰੂਪ ਦੇ ਵਿੱਚ ਅਤੇ ਸਹੀ ਪਰਿਪੇਖ ਦੇ ਵਿੱਚ ਸਮਝੀਏ ਅਤੇ ਜਾਣੀਏ, ਤਾਂ ਹੀ ਅਸੀਂ ਇਸ ਰਚਨਾ ਨੂੰ ਬਾਕੀ ਵਿਅਕਤੀਆਂ ਨੂੰ ਸਮਝਾ ਸਕਦੇ ਹਾਂ। ਇਸ ਲਈ ਸਾਡੀ ਕੋਸ਼ਿਸ਼ ਇਹ ਹੈ ਕਿ ਸਾਰੇ ਵਿਦਿਆਰਥੀ ਸਭ ਤੋਂ ਪਹਿਲਾਂ ਮੂਲ ਪਾਠ ਜਪਜੀ ਸਾਹਿਬ ਨੂੰ ਪੜ੍ਹਨ, ਉਸ ਤੋਂ ਬਾਅਦ ਜਿਹੜਾ ਸਾਡਾ ਲੈਸਨ ਹੈ ਉਸ ਨੂੰ ਪੜ੍ਹਨ। ਉਹਨਾਂ ਦੋਨਾਂ ਨੂੰ ਪੜ੍ਹਨ ਤੋਂ ਬਾਅਦ ਵਿਦਿਆਰਥੀ ਇਸ ਰਚਨਾ ਨੂੰ, ਜਪਜੀ ਸਾਹਿਬ ਨੂੰ ਜਾਂ ਬਾਕੀ ਦੀਆਂ ਰਚਨਾਵਾਂ ਨੂੰ ਸਮਝਣ ਦੇ ਯੋਗ ਹੋ ਜਾਂਦਾ ਹੈ। ਫਿਰ ਜੋ ਵੀ ਸਵਾਲ ਉਸ ਵਿਦਿਆਰਥੀ ਦੇ ਮਨ ਦੇ ਵਿੱਚ, ਜਿਸ ਕਿਸਮ ਦੀ ਵੀ ਪ੍ਰਸ਼ਨ ਉਸ ਵਿਦਿਆਰਥੀ ਦੇ ਮਨ ਦੇ ਵਿੱਚ ਉੱਠਦੇ ਹੈ, ਉਹਨਾਂ ਆਪਣੇ ਪ੍ਰਸ਼ਨਾਂ ਨੂੰ ਆਪਣੇ ਨਾਲ ਲੈ ਕੇ ਜੋ ਡਿਸਟੈਂਸ ਐਜੂਕੇਸ਼ਨ ਵਿਭਾਗ ਵੱਲੋਂ ਨਿੱਜੀ ਸੰਪਰਕ ਪ੍ਰੋਗਰਾਮ ਲਗਾਇਆ ਜਾਂਦਾ ਹੈ ਉਸ ਦੇ ਵਿੱਚ ਆਉਂਦਾ ਹੈ। ਉਸ ਦੇ ਵਿੱਚ ਆ ਕੇ ਆਪਣੇ ਅਧਿਆਪਕ ਨਾਲ ਰੂਬਰੂ ਹੁੰਦਾ ਹੈ ਅਤੇ ਅਧਿਆਪਕ ਉਸ ਨੂੰ ਸੰਖੇਪ ਜਾਣਕਾਰੀ ਦੇਣ ਤੋਂ ਬਾਅਦ ਵਿਦਿਆਰਥੀਆਂ ਨੂੰ ਮੌਕਾ ਦਿੰਦਾ ਹੈ ਕਿ ਉਹ ਜੋ ਲੈਸਨ ਪੜ੍ਹ ਕੇ ਆਏ ਹੈ, ਜੋ ਰਚਨਾ ਪਾਠ ਪੜ੍ਹ ਕੇ ਆਏ ਆ, ਉਸ ਸੰਬੰਧੀ ਜੋ ਸਵਾਲ ਜਿਗਿਆਸੂ ਦੇ ਤੌਰ ਤੇ ਆਪਣੇ ਮਨ ਦੇ ਵਿੱਚ ਲੈ ਕੇ ਆਏ ਹੈ, ਅਧਿਆਪਕ ਉਹਨਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਦੇਣ ਦੀ ਕੋਸ਼ਿਸ਼ ਕਰਦਾ ਹੈ। ਅਧਿਆਪਕ ਵਿਦਿਆਰਥੀਆਂ ਨੂੰ ਨਿੱਜੀ ਸੰਪਰਕ ਪ੍ਰੋਗਰਾਮ ਜਾਂ PCP ਦੇ ਦੌਰਾਨ ਇਹ ਵੀ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹਨਾਂ ਵਿਦਿਆਰਥੀਆਂ ਨੇ ਆਪਣੇ ਪੇਪਰ ਦੀ ਤਿਆਰੀ ਕਿਸ ਤਰ੍ਹਾਂ ਕਰਨੀ ਹੈ, ਉਹਨਾਂ ਨੂੰ ਉਹਨਾਂ ਦੇ ਪਰਚੇ ਵਿੱਚੋਂ ਕਿਸ ਪ੍ਰਕਾਰ ਦੇ ਪ੍ਰਸ਼ਨ ਪੁੱਛੇ ਜਾਣਗੇ, ਪ੍ਰਸ਼ਨਾਂ ਦਾ ਉੱਤਰ ਵਿਦਿਆਰਥੀ ਨੇ ਕਿਸ ਰੂਪ ਦੇ ਵਿੱਚ ਦੇਣਾ ਹੈ, ਵਿਦਿਆਰਥੀ ਦੁਆਰਾ ਲਿਖੇ ਗਏ ਪ੍ਰਸ਼ਨ ਦੀ ਲੈਂਥ ਕਿੰਨੀ ਹੋਵੇ, ਕਿੰਨੀ ਲੰਬਾਈ ਤੱਕ ਲਿਖੇ ਕਿ ਵਿਦਿਆਰਥੀ ਨੂੰ ਜਾਪੇ ਕਿ ਉਸ ਦੁਆਰਾ ਲਿਖਿਆ ਹੋਇਆ ਪ੍ਰਸ਼ਨ ਹੈ ਜਿਹੜਾ ਇਹ ਆਪਣੇ ਆਪ ਦੇ ਵਿੱਚ ਮੁਕੰਮਲ ਹੈ। ਜਿਹੜੇ ਇਸ ਕਿਸਮ ਦੇ ਬੁਨਿਆਦੀ ਸਵਾਲ ਹੈ ਉਹ ਜਦੋਂ ਅਧਿਆਪਕ ਅਤੇ ਵਿਦਿਆਰਥੀ ਪਰਸਨਲ ਕੰਟੈਕਟ ਪ੍ਰੋਗਰਾਮ ਦੇ ਦੌਰਾਨ ਇੱਕ ਦੂਸਰੇ ਨਾਲ ਰੂਬਰੂ ਹੁੰਦੇ ਹੈ ਤਾਂ ਉਸ ਦੇ ਵਿੱਚ ਵਿਦਿਆਰਥੀਆਂ ਨੂੰ ਦੱਸਣ ਦੀ, ਸਮਝਾਉਣ ਦੀ, ਇਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੈਨੂੰ ਪੂਰੀ ਉਮੀਦ ਹੈ ਕਿ ਵਿਦਿਆਰਥੀ ਜਦੋਂ ਨਿੱਜੀ ਸੰਪਰਕ ਪ੍ਰੋਗਰਾਮ ਦੇ ਦੌਰਾਨ ਇਸ ਕਿਸਮ ਦੀਆਂ ਗੱਲਾਂ ਨੂੰ ਲੈ ਕੇ ਆਉਣਗੇ ਤਾਂ ਉਸ ਦਾ ਵਿਦਿਆਰਥੀ ਵੱਧ ਤੋਂ ਵੱਧ ਲਾਹਾ ਲੈਣ ਦੀ ਕੋਸ਼ਿਸ਼ ਕਰਨਗੇ। ਇੱਕ ਗੱਲ ਮੈਂ ਹੋਰ ਸਪਸ਼ਟ ਕਰਨੀ ਚਾਹੁੰਦਾ ਕਿ ਸਾਰੇ ਵਿਦਿਆਰਥੀਆਂ ਨੂੰ ਉਹਨਾਂ ਦੇ ਰੋਲ ਨੰਬਰ ਹੈ ਜਿਹੜੇ ਜਦੋਂ ਵੀ ਉਹਨਾਂ ਨੂੰ PCP ਦਾ ਸੁਨੇਹਾ ਜਾਊਗਾ ਨਾਲ ਹੀ ਭੇਜ ਦਿੱਤੇ ਜਾਣਗੇ। ਉਹਨਾਂ ਰੋਲ ਨੰਬਰ ਦੇ ਅਨੁਸਾਰ ਉਹ ਵਿਦਿਆਰਥੀ ਇੱਥੇ PCP ਲਾਉਣ ਆਉਣਗੇ। ਜਿਨ੍ਹਾਂ ਵਿਦਿਆਰਥੀਆਂ ਨੂੰ PCP ਦੇ ਵਿੱਚ ਬੁਲਾਇਆ ਜਾਵੇਗਾ ਉਹਨਾਂ ਨੂੰ ਆਪਣੇ ਆਪਣੇ ਰੋਲ ਨੰਬਰ ਦਾ ਪਤਾ ਹੋਵੇਗਾ। ਉਸ ਦੇ ਅਨੁਸਾਰ ਹੀ ਉਹ ਵਿਦਿਆਰਥੀ PCP ਦੇ ਵਿੱਚ ਆ ਕੇ ਇੱਥੇ ਲਾਇਬ੍ਰੇਰੀ ਦੀ ਸਹੂਲਤ ਲੈ ਸਕਦੇ ਹੈ। ਹਰ ਵਿਦਿਆਰਥੀ ਜਿਹੜਾ ਡਿਸਟੈਂਸ ਐਜੂਕੇਸ਼ਨ ਦੇ ਵਿੱਚ ਜਿਸ ਦਾ ਦਾਖਲਾ ਪੂਰਨ ਹੋ ਚੁੱਕਿਆ ਹੈ, ਰੋਲ ਨੰਬਰ ਉਸ ਨੂੰ ਮਿਲ ਚੁੱਕਿਆ ਹੈ, ਉਹ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚੋਂ 2 ਪੁਸਤਕਾਂ ਵੀ ਲੈ ਸਕਦਾ ਹੈ। ਮੈਂ ਉਮੀਦ ਕਰਦਾ ਕਿ ਸਾਰੇ ਵਿਦਿਆਰਥੀ ਜਦੋਂ ਆਪਣਾ ਨਿੱਜੀ ਸੰਪਰਕ ਪ੍ਰੋਗਰਾਮ ਲਗਾਉਣ ਆਉਣਗੇ ਤਾਂ ਉਸ ਸਮੇਂ ਤੱਕ ਉਹਨਾਂ ਵਿਦਿਆਰਥੀਆਂ ਨੇ ਆਪਣੇ ਆਨਲਾਈਨ ਪਏ ਹੋਏ ਲੈਸਨ ਹੈ ਉਹ ਜ਼ਰੂਰ ਪੜ੍ਹੇ ਹੋਣਗੇ, ਕਿਉਂਕਿ ਜਿਵੇਂ ਹੀ ਕੋਈ ਅਧਿਆਪਕ ਉਹਨਾਂ ਨੂੰ ਸੰਬੰਧਿਤ ਜਿਹੜਾ ਪੇਪਰ ਹੈ ਉਹਦੇ ਬਾਰੇ ਆਪਣੀ ਗੱਲ ਸ਼ੁਰੂ ਕਰੂਗਾ ਤਾਂ ਉਸ ਅਧਿਆਪਕ ਕੋਲ 5 ਦਿਨ ਦੇ PCP ਦੇ ਵਿੱਚ ਵਿਦਿਆਰਥੀਆਂ ਨੂੰ ਉਸ ਦੇ ਮਨ ਦੇ ਵਿੱਚ ਉੱਠੇ ਹੋਏ ਪ੍ਰਸ਼ਨ ਹੈ ਜਿਹੜੇ ਉਹਨਾਂ ਦੇ ਉੱਤਰ ਦੇਣ ਲਈ ਕਾਫੀ ਸਮਾਂ ਹੁੰਦਾ ਹੈ। ਇਸ ਲਈ ਮੈਨੂੰ ਉਮੀਦ ਹੈ ਕਿ ਵਿਦਿਆਰਥੀ ਜਦੋਂ ਮੂਲ ਪਾਠ ਅਤੇ ਸਾਡੇ ਪਾਠਾਂ ਨੂੰ ਪੜ੍ਹ ਕੇ ਆਉਣਗੇ ਤਾਂ ਉਹਨਾਂ ਦੁਆਰਾ ਉਠਾਏ ਗਏ ਪ੍ਰਸ਼ਨਾਂ ਦਾ ਉਹ ਵੱਧ ਤੋਂ ਵੱਧ ਲਾਹਾ ਲੈ ਸਕਣਗੇ ਅਤੇ ਜਦੋਂ ਤੁਹਾਡਾ PCP ਖਤਮ ਹੋਏਗਾ ਤਾਂ ਉਸ ਤੋਂ ਕੁਝ ਸਮਾਂ ਬਾਅਦ
ਤੁਹਾਡਾ ਇੱਕ ਟੈਸਟ ਲਿਆ ਜਾਏਗਾ। ਇਹ ਟੈਸਟ ਹੈ ਜਿਹੜਾ ਤੁਹਾਨੂੰ ਤੁਹਾਡੀਆਂ ਕਲਾਸਾਂ ਦੇ ਦੌਰਾਨ ਦੱਸਿਆ ਜਾਏਗਾ ਅਤੇ ਕਲਾਸਾਂ ਖਤਮ ਹੋਣ ਤੋਂ ਕੁਝ ਸਮਾਂ ਬਾਅਦ ਜਾਂ ਕੁਝ ਦਿਨ ਬਾਅਦ ਅਧਿਆਪਕ ਦੇ ਦੱਸੇ ਹੋਏ ਸ਼ਡਿਊਲ ਅਨੁਸਾਰ ਆਨਲਾਈਨ ਵਿਦਿਆਰਥੀ ਪੇਪਰ ਦੇਵੇਗਾ। ਇਸ ਪੇਪਰ ਦੇ ਆਧਾਰ ਤੇ ਵਿਦਿਆਰਥੀ ਦੇ ਅੰਦਰੂਨੀ ਅੰਕ ਹੈ ਜਿਹੜੇ ਉਹ ਲਗਾਏ ਜਾਣਗੇ। ਮੈਨੂੰ ਪੂਰਨ ਉਮੀਦ ਹੈ ਕਿ ਡਿਸਟੈਂਸ ਐਜੂਕੇਸ਼ਨ ਵਿਭਾਗ ਦੇ ਅਧਿਆਪਕਾਂ ਦੁਆਰਾ ਤੁਹਾਡੇ ਆਨਲਾਈਨ ਪਾਈ ਹੋਈ ਪਾਠ ਸਮੱਗਰੀ, ਤੁਹਾਡੇ ਜਿਹੜੇ PCP ਦੌਰਾਨ ਤੁਸੀਂ ਕਿਸ ਤਰੀਕੇ ਨਾਲ ਪੜ੍ਹਾਈ ਕਰਨੀ ਹੈ, ਇਸ ਦੇ ਵਿੱਚ ਜਿਹੜੇ ਉਹਨਾਂ ਦੁਆਰਾ ਬਣਾਏ ਗਏ ਵੀਡੀਓ ਲੈਸਨ ਹੈ ਉਹ ਜ਼ਰੂਰ ਸਹਾਈ ਹੋਣਗੇ। ਮੈਂ ਵਿਦਿਆਰਥੀਆਂ ਨੂੰ ਡਿਸਟੈਂਸ ਐਜੂਕੇਸ਼ਨ ਵਿਭਾਗ ਵਿੱਚ ਜੀ ਆਇਆਂ ਕਹਿਣਾ। ਸਾਰੇ ਵਿਦਿਆਰਥੀਆਂ ਦਾ ਮੇਰੀ ਗੱਲਬਾਤ ਧਿਆਨ ਨਾਲ ਸੁਣਨ ਲਈ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।